ਵੈਲਕਮ ਟੂ YouTube ਚੈਨਲ GT ਲਰਨਿੰਗ। ਸੋ ਅੱਜ ਅਸੀਂ ਇੱਕ ਨਵਾਂ ਕਨਸੈਪਟ ਲੈ ਕੇ ਆਏ ਹਾਂ ਜੀ, ਇਕਨੋਮਿਕਸ ਦਾ। ਸੋ ਅਸੀਂ ਸਾਡੇ ਚੈਨਲ GT ਲਰਨਿੰਗ ਤੇ ਪੰਜਾਬੀ ਮਾਸਟਰ ਕੇਡਰ ਹੋਵੇ, ਲੈਕਚਰਰ ਹੋਵੇ ਜਾਂ ਕੋਈ ਹੋਰ ਕੰਪੀਟੀਸ਼ਨ ਐਗਜ਼ਾਮ ਹੋਵੇ ਉਹਦੇ ਲਈ ਪੰਜਾਬੀ, ਇਕਨੋਮਿਕਸ ਆਲ ਕਲਾਸਿਸ, ਸੋ 10th ਤੋਂ ਲੈ ਕੇ BCom ਤੱਕ। ਸੋ ਬੇਸਿਕ ਕਨਸੈਪਟ ਜ਼ਰੂਰ ਕਲੀਅਰ ਕਰਾਂਗੇ ਉਹਦੇ, ਅਤੇ ਮੈਥੇਮੈਟਿਕਸ। ਸੋ 3 ਸਬਜੈਕਟ ਲੈ ਕੇ ਆਵਾਂਗੇ ਹੌਲੀ ਹੌਲੀ। ਇਸ ਤੋਂ ਬਾਅਦ ਮੈਥ ਸ਼ੁਰੂ ਕਰਦੇ ਹਾਂ, ਠੀਕ ਹੈ ਜੀ। ਸੋ ਅੱਜ ਅਸੀਂ ਇਕਨੋਮਿਕਸ ਦਾ ਲੈ ਕੇ ਆਏ ਹਾਂ। ਸੋ ਬੇਸਿਕ ਕਨਸੈਪਟ ਲੈ ਕੇ ਆਏ। ਸੋ ਇਹ ਬੇਸਿਕ ਕਨਸੈਪਟ ਹਰ ਕਲਾਸ ਦੇ ਸਟੂਡੈਂਟ ਲਈ ਜ਼ਰੂਰੀ ਨੇ, ਕਿਉਂਕਿ ਜਿੰਨਾ ਟਾਈਮ ਸਾਨੂੰ ਇਹ ਕਨਸੈਪਟ ਨਹੀਂ ਕਲੀਅਰ ਹੁੰਦੇ ਉਨਾ ਟਾਈਮ ਅਸੀਂ ਇਕਨੋਮਿਕਸ ਨੂੰ ਸਮਝ ਨਹੀਂ ਸਕਦੇ। ਸੋ ਇਹਦੇ ਵਿੱਚ ਇੱਕ ਦੇਸੀ ਮੈਥਡ ਦੇ ਨਾਲ ਆਮ, ਜਿਸ ਤਰ੍ਹਾਂ ਅਸੀਂ ਆਮ ਸਮਝਾਉਂਦੇ ਹੁੰਦੇ ਹਾਂ ਉਸ ਤਰ੍ਹਾਂ ਤੁਹਾਨੂੰ ਸਮਝਾਇਆ ਜਾਊਗਾ। ਛੋਟੇ ਛੋਟੇ ਜਿਹੜੇ ਕਨਸੈਪਟ ਨੇ ਉਹ ਕਲੀਅਰ ਕਰਾਏ ਜਾਣਗੇ। ਸੋ ਵੀਡੀਓ ਕਿਸ ਤਰ੍ਹਾਂ ਦੀ ਲੱਗੂ, ਸੋ ਉਹਦੇ ਬਾਰੇ ਮੈਨੂੰ ਜ਼ਰੂਰ ਕਮੈਂਟ ਕਰਿਓ, ਅਤੇ ਵਧੀਆ ਲੱਗੀ ਤਾਂ ਸ਼ੇਅਰ ਵੀ ਕਰਿਓ ਅਤੇ ਸਬਸਕ੍ਰਾਈਬ ਵੀ ਕਰੋ। ਸੋ ਪਹਿਲਾਂ ਇੱਕ ਗੱਲ ਨੋਟ ਕਰਿਓ ਕਿ ਅੱਜ ਦੀ ਵੀਡੀਓ ਚਾਹੇ ਉਹ ਪੰਜਾਬ ਬੋਰਡ ਆ, ਚਾਹੇ ਉਹ CBSE ਬੋਰਡ ਆ ਜਾਂ ਕੋਈ ਹੋਰ ਬੋਰਡ ਆ, ਸਾਰੇ ਬੱਚਿਆਂ ਲਈ ਲਾਹੇਵੰਦ ਆ। ਸੋ ਉਹਨਾਂ ਲਈ ਇੰਪੋਰਟੈਂਟ ਆ ਇਹ। ਪਰ ਵੈਸੇ ਇਹ ਪੰਜਾਬ ਬੋਰਡ ਦੀ 10th ਕਲਾਸ ਦੇ ਪਹਿਲੇ ਚੈਪਟਰ ਦੀ ਬਣਾਈ ਗਈ ਹੈ, ਓਕੇ ਜੀ। ਸੋ ਉਹਦੇ ਵਿੱਚ ਬੱਚੇ ਨੂੰ ਬਹੁਤ ਪ੍ਰੋਬਲਮ ਆ ਰਹੀ ਆ, ਪਰ ਇਹ ਸਾਰਿਆਂ ਲਈ ਆ। ਸਾਰੇ ਇਹਨੂੰ ਦੇਖਿਓ, ਸਮਝਿਓ ਅਤੇ ਆਪਣੇ ਬੇਸਿਕ ਕਨਸੈਪਟ ਕਲੀਅਰ ਕਰਿਓ। ਚਲੋ ਜੀ ਸ਼ੁਰੂ ਕਰਦੇ ਹਾਂ ਹੁਣ ਅਸੀਂ। ਸੋ ਸਾਡਾ ਪਹਿਲਾ ਕਨਸੈਪਟ ਬੇਸਿਕ ਕਨਸੈਪਟ ਤੋਂ ਸ਼ੁਰੂ ਕਰਦੇ ਹਾਂ। ਹਾਂਜੀ, ਸ਼ੁਰੂ ਕਰਦੇ ਹਾਂ ਅਸੀਂ ਬੇਸਿਕ ਕਨਸੈਪਟ। ਸੋ ਅੱਜ ਅਸੀਂ ਜਿਹੜੇ ਕਰਨੇ ਨੇ ਸਰ ਬੇਸਿਕ ਕਨਸੈਪਟ ਨੇ, ਆਮ ਕਨਸੈਪਟ ਨੇ ਇਕਨੋਮਿਕਸ ਨੇ, ਕਿਹੜੀ ਚੀਜ਼ ਕੀ ਹੁੰਦੀ ਹੈ, ਕਿਹੜੀ ਕਿਵੇਂ ਹੁੰਦੀ ਹੈ। ਸੋ ਧਿਆਨ ਨਾਲ ਸੁਣਿਓ। ਸੋ ਸਭ ਤੋਂ ਪਹਿਲਾਂ ਨੈਸ਼ਨਲ ਇਨਕਮ। ਅਸੀਂ ਨੈਸ਼ਨਲ ਇਨਕਮ ਦੇਖਦੇ ਹਾਂ ਵੀ ਨੈਸ਼ਨਲ ਇਨਕਮ ਕੀ ਹੁੰਦੀ ਹੈ। ਸੋ ਨੈਸ਼ਨਲ ਇਨਕਮ ਪੂਰੇ ਰਾਸ਼ਟਰ ਦੀ ਇਨਕਮ ਕਿਵੇਂ ਕਾਊਂਟ ਕਰਾਂਗੇ, ਕਿਵੇਂ ਲਿਖਾਂਗੇ ਇਹਨੂੰ। ਸੋ ਦੇਖਿਓ, ਪਹਿਲਾਂ ਅਸੀਂ ਇਹਦੇ ਬਾਰੇ ਪੜ੍ਹਦੇ ਹਾਂ। ਨੈਸ਼ਨਲ ਇਨਕਮ ਇਜ਼ ਡਿਫਾਈਨਡ ਐਜ਼ ਦਾ ਸਮ ਟੋਟਲ। ਸੋ ਯਾਦ ਰੱਖਿਓ ਜੀ, ਸਮ ਟੋਟਲ ਆਫ ਫੈਕਟਰ ਇਨਕਮ, ਵੀ ਜਿੰਨਾ ਵੀ ਫੈਕਟਰ ਇਨਕਮ ਆ ਉਹਦਾ ਜਿਹੜਾ ਟੋਟਲ ਆ ਉਹ ਨੈਸ਼ਨਲ ਇਨਕਮ ਆ। ਹੁਣ ਫੈਕਟਰ ਇਨਕਮ ਕੀ ਹੁੰਦੀ ਆ? ਦੇਖੋ ਫੈਕਟਰ ਇਨਕਮ ਹੁੰਦੀ ਜੀ ਰੈਂਟ, ਕਿਸੇ ਚੀਜ਼ ਦਾ ਰੈਂਟ ਆ ਗਿਆ ਸਾਨੂੰ। ਸੋ ਵੇਜਸ ਹੋ ਗਈਆਂ। ਵੇਜਸ ਦਾ ਮਤਲਬ ਜੋ ਦਿਹਾੜੀਦਾਰ ਨੇ ਬੰਦੇ, ਜੋ ਮਿਹਨਤ ਕਰਦੇ ਨੇ, ਉਹਨਾਂ ਨੂੰ ਉਹਦੇ ਬਦਲੇ ਜੋ ਪੈਸਾ ਮਿਲਦਾ ਉਹ ਵੇਜਸ ਹੁੰਦਾ, ਠੀਕ ਹੈ ਜੀ। ਇੰਟਰਸਟ ਪੇਮੈਂਟ ਹੋ ਗਈ ਕੋਈ, ਓਕੇ, ਇੰਟਰਸਟ ਪੇਮੈਂਟ ਅਤੇ ਪ੍ਰੋਫਿਟ। ਸੋ ਸਾਰੇ ਦੇ ਸਾਰੇ ਇਹ ਫੈਕਟਰ ਇਨਕਮ ਦੇ ਵਿੱਚ ਆ ਜਾਂਦੇ। ਜਿਹੜੀ ਇਹ ਸਾਰੀ ਇਨਕਮ ਆ, ਇਹ ਸਾਰੀ ਇਨਕਮ ਦਾ ਟੋਟਲ ਹੁੰਦਾ ਨੈਸ਼ਨਲ ਇਨਕਮ। ਇੱਕ ਵਾਰ ਦੁਬਾਰੇ ਪੜ੍ਹਦਾ ਜੀ। ਨੈਸ਼ਨਲ ਇਨਕਮ ਇਜ਼ ਡਿਫਾਈਨਡ ਐਜ਼ ਦਾ ਸਮ ਟੋਟਲ ਆਫ ਫੈਕਟਰ ਇਨਕਮ ਵਿਦ ਰੈਂਟ, wages, interest and profit occurring the normal residence of a country। ਹਾਂਜੀ, ਉਹ ਨਾਰਮਲ ਰੈਜ਼ੀਡੈਂਸ ਆਫ ਦਾ ਕੰਟਰੀ ਕੀ ਹੁੰਦਾ? ਸੋ ਨਾਰਮਲ ਰੈਜ਼ੀਡੈਂਸ ਆਫ ਦਾ ਕੰਟਰੀ ਉਹ ਲੋਕ ਨੇ ਜਿਹੜੇ ਸਾਡੇ ਦੇਸ਼ ਦੇ ਵਿੱਚ ਰਹਿੰਦੇ ਨੇ ਅਤੇ ਇੱਥੇ ਹੀ ਕਮਾਉਂਦੇ ਨੇ, ਓਕੇ। ਮਤਲਬ NRI ਨਹੀਂ ਹੈਗੇ, NRI ਨਹੀਂ ਹੈਗੇ। ਸੋ NRI ਦੀ ਇਨਕਮ ਨੂੰ ਅਸੀਂ ਨੈਸ਼ਨਲ ਇਨਕਮ ਦੇ ਵਿੱਚ ਕਾਊਂਟ ਨਹੀਂ ਕਰਾਂਗੇ। ਸੋ ਬਾਕੀ ਲੋਕ ਨੇ ਜਿਹੜੇ ਜੋ ਸਾਡੇ ਆਪਣੇ ਦੇਸ਼ ਦੇ ਵਿੱਚ ਰਹਿੰਦੇ ਨੇ, ਉਹਨਾਂ ਦੀ ਇਨਕਮ ਨੈਸ਼ਨਲ ਇਨਕਮ ਦੇ ਵਿੱਚ ਕਾਊਂਟ ਹੋਊਗੀ। ਸਿੰਪਲ। for their productive service during a defined period of 1 year, ਓਕੇ ਜੀ। ਸੋ 1 ਸਾਲ ਦੇ ਵਿੱਚ ਜਿੰਨੀ ਵੀ ਇਨਕਮ ਹੁੰਦੀ ਹੈ, ਮਤਲਬ ਸਿੰਪਲ ਲੈਂਗੁਏਜ ਦੇ ਵਿੱਚ ਅਸੀਂ ਜੇ ਕਹੀਏ ਤਾਂ ਨੈਸ਼ਨਲ ਇਨਕਮ ਉਹ ਸਾਰੀ ਫੈਕਟਰ ਇਨਕਮ ਦਾ ਟੋਟਲ ਹੈ ਜੋ ਦੇਸ਼ ਦੇ ਵਿੱਚ ਹੁੰਦੀ ਹੈ, ਸਾਡੇ ਆਪਣੇ ਦੇਸ਼ ਦੇ ਵਿੱਚ ਹੁੰਦੀ ਹੈ, ਓਕੇ ਜੀ। ਅੱਗੇ ਦੇਖਦੇ ਹਾਂ ਜੀ ਅਸੀਂ। ਸੋ ਇਨਕਮ ਇਜ਼ ਏ ਫਲੋ ਕੰਸੈਪਟ। ਇਹ ਵੀ ਤੁਸੀਂ ਯਾਦ ਰੱਖਿਓ, ਇਨਕਮ ਇਜ਼ ਏ ਫਲੋ ਕੰਸੈਪਟ। ਇਨਕਮ ਆ ਜਿਹੜਾ ਇੱਕ ਫਲੋ ਕੰਸੈਪਟ ਆ, ਕਿਉਂਕਿ ਇਨਕਮ ਰੈਗੂਲਰ ਚੱਲਦੀ ਰਹਿੰਦੀ ਆ। ਸੋ ਜਿਹੜੀ ਚੀਜ਼ ਰੈਗੂਲਰ ਚੱਲਦੀ ਆ ਉਹ ਫਲੋ ਹੁੰਦਾ, ਅਤੇ ਜਿਹੜੀ ਇੱਕ ਥਾਵੇਂ ਖੜ ਜਾਵੇ ਉਹ ਸਟਾਕ ਹੁੰਦਾ। ਇਹ ਵੀ ਯਾਦ ਰੱਖਿਓ। ਸੋ ਇਹ ਵੀ ਕੁਐਸਚਨ ਪੁੱਛਿਆ ਜਾ ਸਕਦਾ MCQs ਦੇ ਵਿੱਚ, ਜਿਵੇਂ ਹੁਣ MCQs ਚੱਲ ਰਹੇ ਨੇ ਵੀ ਇਨਕਮ ਇਜ਼ ਏ ਫਲੋ ਕੰਸੈਪਟ ਔਰ ਸਟਾਕ ਕੰਸੈਪਟ। ਤਾਂ ਇਹ ਕੀ ਆ? ਸਾਡੀ ਇਨਕਮ ਕੀ ਆ? ਫਲੋ ਕੰਸੈਪਟ ਹੈ ਜੀ। ਅੱਗੇ ਦੇਖਦੇ ਹਾਂ ਅਸੀਂ। ਨੈਕਸਟ ਹੈ ਸਾਡਾ ਨੈਸ਼ਨਲ ਇਨਕਮ ਇਜ਼ ਦਾ ਅਰਨਡ ਇਨਕਮ ਬਾਈ ਏ ਨਾਰਮਲ ਰੈਜ਼ੀਡੈਂਸ ਆਫ ਏ ਕੰਟਰੀ ਡਿਊਰਿੰਗ ਦਾ 1 year। ਸੋ ਕੀ ਹੈ ਜੀ? ਦੁਬਾਰਾ ਇੱਕ ਵਾਰ ਫਿਰ ਦੇਖਦੇ ਹਾਂ। ਨੈਸ਼ਨਲ ਇਨਕਮ ਇਜ਼ ਦਾ ਅਰਨਡ ਇਨਕਮ। ਸੋ ਨੈਸ਼ਨਲ ਇਨਕਮ ਕੀ ਆ? ਉਹ ਅਰਨਡ ਇਨਕਮ ਆ ਜਿਹੜੇ ਉੱਥੋਂ ਦੇ ਨਾਰਮਲ ਰੈਜ਼ੀਡੈਂਸ ਲੋਕਾਂ ਨੇ ਇਨਕਮ ਕੀਤੀ ਆ। ਕਿੰਨੇ ਟਾਈਮ ਦੇ ਵਿੱਚ? ਡਿਊਰਿੰਗ 1 year। ਵੀ 1 ਸਾਲ ਦੇ ਵਿੱਚ ਉੱਥੇ ਦੇ ਦੇਸ਼ ਦੇ ਲੋਕਾਂ ਨੇ ਜੋ ਪੈਸਾ ਕਮਾਇਆ ਉਹ ਕੀ ਆ?
ਰਾਸ਼ਟਰ ਦੀ ਇਨਕਮ ਆ, ਸਾਡੇ ਦੇਸ਼ ਦੀ ਇਨਕਮ ਆ, ਸਾਡੀ ਨੈਸ਼ਨਲ ਇਨਕਮ ਆ। ਸੋ ਇਹ ਸਾਡਾ ਨੈਸ਼ਨਲ ਇਨਕਮ ਦਾ ਕੰਸੈਪਟ ਸੀ। ਇਸ ਤੋਂ ਅੱਗੇ ਅਸੀਂ ਚੱਲਦੇ ਹਾਂ ਜੀ ਅੱਗੇ। ਸੋ ਕਿ ਡੈਫੀਨੇਸ਼ਨ ਤੁਸੀਂ ਯਾਦ ਕਰ ਲਓ। ਅਕੋਰਡਿੰਗ ਟੂ ਡਨਬਰਗ, ਨੈਸ਼ਨਲ ਇਨਕਮ ਇਜ਼ ਦਾ ਨੈਟ ਫੈਕਟਰ ਇਨਕਮ, ਪਹਿਲਾਂ ਵੀ ਦੱਸਤਾ ਵੀ ਨੈਟ ਫੈਕਟਰ ਇਨਕਮ ਕੀ ਹੁੰਦੀ ਆ, earned by normal residents of a country in the form of wages, rent, interest and profit in 1 year। ਵੀ ਇੱਕ ਸਾਲ ਦੇ ਵਿੱਚ ਜਿਹੜੀ ਇਨਕਮ ਅਸੀਂ ਕਮਾਉਂਦੇ ਆ, ਸਾਡੇ ਦੇਸ਼ ਦੇ ਲੋਕ, ਆਮ ਲੋਕ ਜਿਹੜੀ ਇਨਕਮ ਕਮਾਉਂਦੇ ਨੇ, ਉਹ ਕੀ ਹੁੰਦੀ ਹੈ? ਸਾਡੀ ਨੈਸ਼ਨਲ ਇਨਕਮ ਹੁੰਦੀ ਆ। ਉਹਨਾਂ ਸਾਰਿਆਂ ਦਾ ਟੋਟਲ ਕੀ ਹੁੰਦਾ ਜੀ? ਨੈਸ਼ਨਲ ਇਨਕਮ ਹੁੰਦੀ ਹੈ। ਹਾਂਜੀ, ਉਸ ਤੋਂ ਬਾਅਦ ਐਗਜ਼ਾਮਪਲ ਆ ਕੋਈ, ਐਗਜ਼ਾਮਪਲ ਤੁਹਾਨੂੰ ਮੈਂ ਵਿੱਚ ਹੀ ਦੱਸਦੀ ਹੈ ਵੀ ਇਸ ਤਰ੍ਹਾਂ ਦੀ ਹੁੰਦੀ ਹੈ। ਉਸ ਤੋਂ ਬਾਅਦ ਅਗਲਾ ਕੰਸੈਪਟ ਦੇਖਦੇ ਹਾਂ ਜੀ ਅਸੀਂ, ਪਰ ਕੈਪੀਟਾ ਇਨਕਮ। ਚਲੋ ਪਰ ਕੈਪੀਟਾ ਇਨਕਮ ਤੋਂ ਪਹਿਲਾਂ ਇੱਕ ਗੱਲ ਹੋਰ ਦੱਸਦੀ ਹੈ ਤੁਹਾਨੂੰ, ਨੈਟ ਨੈਸ਼ਨਲ ਇਨਕਮ ਫਾਈਂਡ ਕਰਨੀ ਅਸੀਂ ਜਦੋਂ, ਜੇਕਰ ਅਸੀਂ ਨੈਟ ਨੈਸ਼ਨਲ ਇਨਕਮ ਫਾਈਂਡ ਕਰਨੀ ਆ ਤਾਂ ਉਹ ਕੀ ਹੁੰਦੀ ਹੈ? ਇੱਕ ਗ੍ਰੋਸ ਨੈਸ਼ਨਲ ਇਨਕਮ ਹੁੰਦੀ ਹੈ ਅਤੇ ਉਹਦੇ ਵਿੱਚੋਂ ਅਸੀਂ ਡੈਪਰੀਸ਼ੀਏਸ਼ਨ ਮਾਈਨਸ ਕਰ ਦਾਂਗੇ। ਹੁਣ ਗ੍ਰੋਸ ਨੈਸ਼ਨਲ ਇਨਕਮ ਕੀ, ਜਿਹੜੀ ਅਸੀਂ ਇਨਕਮ ਟੋਟਲ ਆ ਉੱਕਾ ਬੁੱਕੇ ਜਿਹੜੀ ਅਸੀਂ ਇਨਕਮ ਗਿਣ ਲੈਂਦੇ ਹਾਂ ਉਹਨੂੰ ਅਸੀਂ ਗ੍ਰੋਸ ਨੈਸ਼ਨਲ ਇਨਕਮ ਕਹਿ ਦਿੰਦੇ ਹਾਂ, ਠੀਕ ਹੈ ਜੀ। ਅਤੇ ਡੈਪਰੀਸ਼ੀਏਸ਼ਨ ਹੁੰਦੀ ਹੈ ਕਸਾਵਟ। ਸੋ ਉਹਦੇ ਵਿੱਚ ਜਿਹੜੀ ਸਾਡੇ ਖਰਚੇ ਆਏ ਨੇ, ਸੋ ਉਹਦੇ ਵਿੱਚੋਂ ਅਸੀਂ ਉਹ ਕੱਢ ਦਿੰਦੇ ਹਾਂ, ਤਾਂ ਮਾਈਨਸ ਹੋ ਕੇ ਕੀ ਬਣ ਜਾਂਦਾ? ਸਾਡੀ ਨੈਟ ਨੈਸ਼ਨਲ ਇਨਕਮ ਬਣ ਜਾਂਦੀ ਆ। ਹੁਣ ਗ੍ਰੋਸ ਦਾ ਕੰਸੈਪਟ ਅਤੇ ਨੈਟ ਦਾ ਕੰਸੈਪਟ ਸਿੰਪਲ ਲੈਂਗੁਏਜ ਦੇ ਵਿੱਚ ਕੀ ਹੈ? ਕਿ ਸਿੰਪਲ ਲੈਂਗੁਏਜ ਦੇ ਵਿੱਚ ਦੱਸਦੇ ਹਾਂ ਵੀ ਸਪੋਜ਼ ਕਰੋ ਗ੍ਰੋਸ ਅਤੇ ਨੈਟ ਦੱਸ ਰਹੇ ਹਾਂ ਵੀ ਕੀ ਆ, ਤੁਹਾਨੂੰ ਆਪੇ ਸਮਝ ਲੱਗ ਜੂ ਗ੍ਰੋਸ ਕੀ ਆ, ਨੈਸ਼ਨਲ ਇਨਕਮ, ਨੈਟ ਨੈਸ਼ਨਲ ਇਨਕਮ ਕੀ ਆ, ਗ੍ਰੋਸ ਨੈਸ਼ਨਲ ਇਨਕਮ ਕੀ ਆ। ਸਪੋਜ਼ ਕਰੋ ਵੀ ਤੁਹਾਡੀ ਇੱਕ ਮੋਬਾਈਲ ਦੀ ਸ਼ਾਪ ਆ, ਤੁਸੀਂ ਮੋਬਾਈਲ ਸੇਲ ਕਰ ਰਹੇ ਹੋ, ਠੀਕ ਹੈ ਜੀ। ਅਤੇ ਤੁਹਾਨੂੰ ਕਿਸੇ ਨੇ ਕਾਲ ਕਰੀ ਕਿ ਸਾਨੂੰ ਕੋਈ 10-15 ਕਿਲੋਮੀਟਰ ਦੂਰ ਤਾਂ ਤੁਹਾਨੂੰ ਕਾਲ ਕਰ ਰਿਹਾ, ਉਹ ਕਹਿੰਦਾ ਵੀ ਸਾਨੂੰ ਮੋਬਾਈਲ ਫੜਾ ਜਾਓ ਇੱਥੇ ਅਤੇ ਅਸੀਂ ਤੁਹਾਨੂੰ ਥੋੜੀ ਪੇਮੈਂਟ ਦੇ ਦਾਂਗੇ। ਹੁਣ ਤੁਸੀਂ ਮੋਬਾਈਲ ਫੜਾਉਣ ਚਲੇ ਗਏ, ਠੀਕ ਹੈ ਜੀ। ਤੁਹਾਨੂੰ ਜਿਹੜਾ ਮੋਬਾਈਲ ਆਇਆ ਉਹ 9000 ਦਾ ਆਇਆ ਹੋਇਆ ਅਤੇ ਤੁਸੀਂ ਉਹਨੂੰ ਜਾ ਕੇ 10000 ਦਾ ਦੇ ਆਏ। ਸੋ ਮਤਲਬ ਤੁਹਾਨੂੰ ਪ੍ਰੋਫਿਟ ਕਿੰਨਾ ਆਇਆ? 1000। ਸੋ ਇਹ ਤੁਹਾਨੂੰ ਪ੍ਰੋਫਿਟ ਆਇਆ ਜਿਹੜਾ 1000 ਆਇਆ। ਦੇਖੋ ਮੈਂ ਪ੍ਰੋਫਿਟ ਦੀ ਗੱਲ ਨਹੀਂ ਸਮਝਾ ਰਿਹਾ, ਮੈਂ ਨੈਟ ਅਤੇ ਗ੍ਰੋਸ ਦਾ ਕੰਸੈਪਟ ਦੱਸ ਰਿਹਾ ਵੀ ਜਿਹੜਾ ਤੁਹਾਨੂੰ 1000 ਆਇਆ ਜਿਹੜਾ ਉਹ ਕੀ ਆ? ਤੁਹਾਡਾ ਗ੍ਰੋਸ, ਉੱਕਾ ਬੁੱਕਾ ਕਹਿ ਦਈਏ ਅਸੀਂ ਇਹਨੂੰ, ਉੱਕਾ ਬੁੱਕਾ ਸਾਨੂੰ ਪ੍ਰੋਫਿਟ ਕਿੰਨਾ ਆ ਗਿਆ? 1000 ਆ ਗਿਆ। ਫਿਰ ਉਹ ਸੋਚੋ, ਉਸ ਤੋਂ ਬਾਅਦ ਤੁਸੀਂ ਸੋਚਿਆ ਕਿ ਬੈਠ ਕੇ ਵੀ ਜਦੋਂ ਅਸੀਂ ਗਏ ਸੀ ਤਾਂ ਜਾਣ ਵੇਲੇ ਸਾਡਾ 100 ਰੁਪਏ ਦਾ ਪੈਟਰੋਲ ਲੱਗ ਗਿਆ ਸੀ, ਠੀਕ ਹੈ। ਉਦੋਂ ਬਾਅਦ ਅਸੀਂ 2 ਜਣੇ ਸੀਗੇ, ਉਹਦੇ ਵਿੱਚ ਰਸਤੇ 'ਚ ਅਸੀਂ ਬਰਗਰ ਵੀ ਖਾ ਲਏ, 50-50 ਰੁਪਏ ਦੇ ਬਰਗਰ ਹੋ ਗਏ। ਸੋ 100 ਰੁਪਏ ਦਾ ਅਸੀਂ ਬਰਗਰ ਖਾ ਲਏ, ਸੋ 200 ਰੁਪਇਆ ਖਰਚਾ ਪੈ ਗਿਆ। ਫਿਰ ਸਾਡੀ ਮਸ਼ੀਨਰੀ ਵੀ ਘਸੀ ਆ, 50 ਰੁਪਏ ਦੇ ਲਾ ਲਓ। ਮਤਲਬ ਫਿਰ ਅਸੀਂ ਜਿਹੜੀ ਡੈਪਰੀਸ਼ੀਏਸ਼ਨ ਸਾਰੀ ਇਹ 250 ਰੁਪਈਆ, 250 ਰੁਪਏ, 1000 ਦੇ ਵਿੱਚੋਂ ਹੋਰ ਘਟਾ ਦਾਂਗੇ ਤਾਂ ਸਾਨੂੰ ਕਿੰਨਾ ਪ੍ਰੋਫਿਟ ਮਿਲਿਆ? 750 ਰੁਪਏ। ਸੋ ਦੈਟ ਇਜ਼ ਏ ਨੈਟ। ਸੋ ਉਹ ਕੀ ਆ? ਨੈਟ ਕੰਸੈਪਟ ਆ, ਠੀਕ ਹੈ ਜੀ। ਸੋ ਇਸੇ ਤਰ੍ਹਾਂ ਨੈਟ ਨੈਸ਼ਨਲ ਇਨਕਮ ਕੱਢਣ ਦੇ ਲਈ ਗ੍ਰੋਸ ਨੈਸ਼ਨਲ ਇਨਕਮ ਪਹਿਲਾਂ ਅਸੀਂ ਉੱਕੀ ਬੁੱਕੀ ਇਨਕਮ ਫਾਈਂਡ ਕਰ ਲਈ, ਫਿਰ ਉਹਦੇ ਵਿੱਚੋਂ ਜੋ ਡੈਪਰੀਸ਼ੀਏਸ਼ਨ ਹੋਇਆ ਵਾ ਉਹ ਮਾਈਨਸ ਕਰਤਾ ਤਾਂ ਸਾਡੀ ਕੀ ਹੈ? ਨੈਟ ਨੈਸ਼ਨਲ ਇਨਕਮ ਫਾਈਂਡ ਹੋਊਗੀ। ਚਲੋ ਜੀ ਨੈਕਸਟ ਚੱਲਦੇ ਹਾਂ ਅਸੀਂ ਪਰ ਕੈਪੀਟਾ ਇਨਕਮ। ਹੁਣ ਅਸੀਂ ਪਰ ਕੈਪੀਟਾ ਇਨਕਮ ਦੇਖਦੇ ਹਾਂ ਕੀ ਆ। ਸੋ ਪਰ ਕੈਪੀਟਾ ਇਨਕਮ ਹੁੰਦੀ ਆ, ਸਿੰਪਲ ਲੈਂਗੁਏਜ ਦੇ ਵਿੱਚ ਆ, ਪਰ ਕੈਪੀਟਾ ਇਨਕਮ ਹੈ ਪ੍ਰਤੀ ਵਿਅਕਤੀ ਆਮਦਨ, ਹਰ ਪਰਸਨ ਦੀ ਇੱਕ ਐਵਰੇਜ ਆਮਦਨ, ਵੀ ਇੱਕ ਪਰਸਨ ਸਾਡੇ ਦੇਸ਼ ਦਾ ਕਿੰਨੀ ਕੁ ਐਵਰੇਜ ਇਨਕਮ ਲੈ ਰਿਹਾ, ਕਿੰਨਾ ਕੁ ਪੈਸਾ ਕਮਾ ਰਿਹਾ। ਜ਼ਰੂਰੀ ਨਹੀਂ ਹੈ ਵੀ ਉਨੀ ਕਮਾ ਹੀ ਰਿਹਾ, ਇੱਕ ਐਵਰੇਜ ਕੱਢੀ ਹੋਈ ਆ, ਹੋ ਸਕਦਾ ਉਸ ਤੋਂ ਘੱਟ ਕਮਾ ਰਿਹਾ ਹੋਵੇ, ਹੋ ਸਕਦਾ ਵੀ ਉਸ ਤੋਂ ਬਹੁਤ ਜ਼ਿਆਦਾ ਕਮਾ ਰਿਹਾ ਹੋਵੇ, ਪਰ ਇੱਕ ਐਵਰੇਜ ਕੱਢੀਏ ਵੀ ਇੰਨੀ ਕੁ ਸਾਡੇ ਦੇਸ਼ ਦਾ ਹਰ ਪਰਸਨ ਇੰਨੀ ਕੁ ਇਨਕਮ ਕਮਾ ਰਿਹਾ। ਸੋ ਉਹ ਕੀ ਹੁੰਦੀ ਆ? ਪਰ ਕੈਪੀਟਾ ਇਨਕਮ। ਚਲੋ ਡੈਫੀਨੇਸ਼ਨ ਆਪਾਂ ਪੜ੍ਹਦੇ ਹਾਂ ਇਹਦੇ ਬਾਰੇ। ਪਰ ਕੈਪੀਟਾ ਇਨਕਮ ਇਜ਼ ਐਨ ਇੰਪੋਰਟੈਂਟ ਕੰਸੈਪਟ ਰਿਗਾਰਡਿੰਗ ਦਾ ਕੰਟਰੀਜ਼ ਇਕਨੋਮਿਕ ਵੈਲਫੇਅਰ ਔਰ ਸਟੈਂਡਰਡ ਆਫ ਲਿਵਿੰਗ ਆਫ ਦਾ ਪੀਪਲ। ਸੋ ਲੋਕਾਂ ਦਾ ਲਾਈਫ ਸਟੈਂਡਰਡ ਚੈੱਕ ਕਰਨ ਦੇ ਲਈ ਉੱਥੋਂ ਦੀ ਪਰ ਕੈਪੀਟਾ ਇਨਕਮ ਚੈੱਕ ਕਰੀ ਜਾਂਦੀ ਆ। ਸੋ ਜਿੰਨੀ ਸਾਡੀ ਪਰ ਕੈਪੀਟਾ ਇਨਕਮ ਜ਼ਿਆਦਾ ਹੋਊਗੀ, ਸਾਡੇ ਲੋਕਾਂ ਦਾ ਸਾਡਾ ਲਾਈਫ ਸਟੈਂਡਰਡ, ਲਿਵਿੰਗ ਸਟੈਂਡਰਡ ਹੋਊਗਾ ਜਿਹੜਾ ਉਹ ਬਹੁਤ ਜ਼ਿਆਦਾ ਬੈਟਰ ਹੋਊਗਾ। ਸੋ ਜਿੰਨੀ ਇਹ ਲੋ ਹੋਊਗੀ ਉਨੇ ਅਸੀਂ ਗਰੀਬ ਹੋਵਾਂਗੇ, ਮਤਲਬ ਸਾਡਾ ਲਿਵਿੰਗ ਸਟੈਂਡਰਡ ਬਹੁਤ ਲੋ ਹੋਊਗਾ। ਸੋ ਜਿੰਨੀ ਇਹ ਅਪ ਹੋਊਗੀ ਸਾਡਾ ਲਿਵਿੰਗ ਸਟੈਂਡਰਡ ਹਾਈ ਹੋਊਗਾ। ਜਿਵੇਂ ਫੋਰਨ ਕੰਟਰੀਆਂ ਦੀ ਪਰ ਕੈਪੀਟਾ ਇਨਕਮ ਬਹੁਤ ਜ਼ਿਆਦਾ, ਸੋ ਉਹਨਾਂ ਦਾ ਲਿਵਿੰਗ ਸਟੈਂਡਰਡ ਕੀ ਆ? ਹਾਈ ਆ। ਕੈਨੇਡਾ ਅਮਰੀਕਾ ਦੇ ਕੰਪੈਰੀਜ਼ਨ ਕਰਕੇ ਦੇਖ ਲਓ ਸਾਡੇ ਨਾਲ, ਤਾਂ ਉਹਨਾਂ ਦੀ ਪਰ ਕੈਪੀਟਾ ਇਨਕਮ ਹਾਈ ਹੈ ਜੀ। ਚਲੋ ਡੈਫੀਨੇਸ਼ਨ ਦੇਖਦੇ ਹਾਂ।
पर कैपिटा इनकम इज डिफाइंड एज द एवरेज इनकम। सो ये की है एक मिनट। सो पर कैपिटा इनकम की है जी, यह की है एक एवरेज इनकम आ, याद रखियो एवरेज इनकम अर्नड बाय द पीपल ऑफ ए कंट्री इन डिफाइंड पीरियड ऑफ टाइम। सो एक साल ਦੇ ਵਿੱਚ ਜਿਹੜੇ ਲੋਕਾਂ ਨੇ ਇੱਕ ਐਵਰੇਜ ਇਨਕਮ ਕਮਾਈ ਆ ਉਹ ਕੀ ਹੁੰਦੀ ਆ, ਪਰ ਕੈਪੀਟਾ ਇਨਕਮ। ਤੁਹਾਨੂੰ ਪਹਿਲਾਂ ਵੀ ਦੱਸਤਾ ਵੀ ਇਹ ਪਰਮਾਨੈਂਟ ਇਨਕਮ ਨਹੀਂ ਹੈਗੀ ਵੀ ਇੰਨੀ ਹੀ ਹੈ ਤੁਹਾਡੀ, ਕਿਸੇ ਵਿਅਕਤੀ ਦੀ ਇੰਨੀ ਹੀ ਹੈ, ਇੱਕ ਐਵਰੇਜ ਕੱਢੀ ਜਾਂਦੀ ਆ। ਹੋ ਸਕਦਾ ਵੀ ਉਸ ਤੋਂ ਘੱਟ ਵੀ ਹੋਵੇ ਇਨਕਮ ਪਰ ਲੋਕਾਂ ਦੀ, ਕਿਸੇ ਪਰਸਨ ਦੀ, ਹੋ ਸਕਦਾ ਉਸ ਤੋਂ ਜ਼ਿਆਦਾ ਵੀ ਹੋਵੇ। ਸੋ ਇੱਥੇ ਅਸੀਂ ਇੱਕ ਐਵਰੇਜ ਕੱਢ ਲੈਂਦੇ ਹਾਂ। ਸੋ ਐਵਰੇਜ ਇਨਕਮ ਆ ਦੁਬਾਰੇ ਪੜ੍ਹਦੇ ਹਾਂ। ਪਰ ਕੈਪੀਟਾ ਇਨਕਮ ਇਜ਼ ਡਿਫਾਈਨਡ ਐਜ਼ ਦ ਐਵਰੇਜ ਇਨਕਮ अर्नड बाय द पीपल ऑफ ए कंट्री इन ए डेफिनेट पीरियड ऑफ टाइम। ओके जी। सो अगे एग्जाम्पल, सो ने एग्जाम्पल दी है एक छोटी जी, तो मैं पहले ही दसता भी किमें किमें सीगी। सो एक एग्जाम्पल नीचे लिखी है फैक्ट दिते ने। फॉर एग्जाम्पल द पर कैपिटा इनकम इन इंडिया 1994 to 95 वाज 8237। मतलब 1994-95 ਦੇ ਵਿੱਚ ਇਹਦੀ ਪਰ ਕੈਪੀਟਾ ਇਨਕਮ ਕਿੰਨੀ ਸੀਗੀ, 8237 ਰੁਪਏ ਐਨੂਅਲ। ਇਹ ਵੀ ਗੱਲ ਯਾਦ ਰੱਖਿਓ, ਐਨੂਅਲ ਹੁੰਦੀ ਹੈ, ਮੰਥਲੀ ਨਹੀਂ ਹੁੰਦੀ, ਇਹ ਐਨੂਅਲ ਹੁੰਦੀ ਹੈ। ਮਤਲਬ 1994-95 ਦੇ ਵਿੱਚ ਸਾਡੇ ਲੋਕ 8000 ਰੁਪਏ ਸਾਲ ਦਾ ਕਮਾਉਂਦੇ ਸੀ, ਇੱਕ ਐਵਰੇਜ। ਐਂਡ ਦੈਟ ਉਹ ਪੰਜਾਬ, ਹੁਣ ਪੰਜਾਬ ਦੀ ਗੱਲ ਕਰੀਏ, ਇਟ ਇਜ਼ ₹68,998 in 2010-11। ਤੇ ਸਾਡੇ ਪੰਜਾਬ ਦੀ ਗੱਲ ਕਰੀਏ ਤਾਂ ਸਾਡੇ ਪੰਜਾਬ ਦੇ ਵਿੱਚ 2010-11 ਦੇ ਵਿੱਚ 68,998 ਅਪਰੋਕਸੀਮੇਟਲੀ 69,000 ਰੁਪਇਆ ਹਰ ਪਰਸਨ ਕਮਾ ਰਿਹਾ ਸੀ, ਇੱਕ ਐਵਰੇਜ। ਠੀਕ ਹੈ ਜੀ। ਸੋ ਫਿਰ ਵੀ ਕੋਈ ਮਾਈਂਡ ਦੇ ਵਿੱਚ ਕੰਸੈਪਟ ਹੋਇਆ ਤਾਂ ਮੈਨੂੰ ਕਮੈਂਟ ਜ਼ਰੂਰ ਕਰਿਓ, ਉਹ ਵੀ ਕਲੀਅਰ ਕਰਾਂਗੇ ਤੁਹਾਨੂੰ। ਸੋ ਇੱਕ ਫਾਰਮੂਲਾ ਜ਼ਰੂਰ ਯਾਦ ਰੱਖਿਓ, ਪਰ ਕੈਪੀਟਾ ਇਨਕਮ ਦਾ ਜੋ ਅਸੀਂ ਪਰ ਕੈਪੀਟਾ ਇਨਕਮ ਨੂੰ ਫਾਈਂਡ ਕਰਦੇ ਹਾਂ, ਪਰ ਕੈਪੀਟਾ ਇਨਕਮ ਫਾਈਂਡ ਕਰਨ ਦਾ ਮੈਥਡ ਹੈ ਜੋ ਸਾਡਾ ਨੈਸ਼ਨਲ ਇਨਕਮ ਅਪੋਨ ਪਾਪੂਲੇਸ਼ਨ, ਮਤਲਬ ਟੋਟਲ ਇਨਕਮ ਕਿੰਨੀ ਹੈ ਸਾਡੇ ਦੇਸ਼ ਦੀ। ਸੋ ਉਹਨੂੰ ਅਸੀਂ ਪਾਪੂਲੇਸ਼ਨ ਦੇ ਨਾਲ ਡਿਵਾਈਡ ਕਰ ਦਿੰਦੇ ਹਾਂ ਤਾਂ ਸਾਡੀ ਪਰ ਕੈਪੀਟਾ ਇਨਕਮ ਆ ਜਾਂਦੀ ਹੈ। ਸਪੋਜ਼ ਕਰੋ, ਚਲੋ ਇੱਕ ਐਗਜ਼ਾਮਪਲ ਦਿੰਦੇ ਹਾਂ ਇਹਦੀ, ਅਸੀਂ ਪਰ ਕੈਪੀਟਾ ਇਨਕਮ ਫਾਈਂਡ ਕਰਨੀ ਆ। ਮੰਨ ਲਓ ਵੀ ਸਾਡੇ ਪੂਰੇ ਦੇਸ਼ ਦੇ ਵਿੱਚ 100 ਕੁ ਬੰਦਾ, ਅੰਦਾਜ਼ਾ ਹੀ ਲਾਉਣਾ ਆਪਾਂ, ਐਸਟੀਮੇਟ ਲਗਾ ਰਹੇ ਹਾਂ, 100 ਪਰਸਨ ਆ ਪੂਰੇ ਦੇਸ਼ ਦੇ ਵਿੱਚ, ਅਤੇ 100 ਪਰਸਨ ਦੀ ਅਸੀਂ ਟੋਟਲ ਐਵਰੇਜ ਕੱਢ ਲਈ ਵੀ 100 ਪਰਸਨ ਕਿੰਨਾ, 1000 ਕੁ ਰੁਪਈਆ ਕਮਾ ਰਿਹਾ। ਠੀਕ ਹੈ ਜੀ, 1000 ਕੁ ਰੁਪਈਆ ਕਮਾ ਰਿਹਾ ਤਾਂ ਅਸੀਂ 1000 ਰੁਪਈਆ ਉੱਪਰ ਆ ਜੂ, ਨੈਸ਼ਨਲ ਇਨਕਮ ਹੋਊਗੀ 1000 ਰੁਪਈਆ, ਅਤੇ ਪਾਪੂਲੇਸ਼ਨ ਕਿੰਨੀ ਹੈ ਸਾਡੀ, 1000 ਕੁ ਰੁਪਈਆ ਹੋਊਗੀ। ਪਾਪੂਲੇਸ਼ਨ 1000 ਕੁ ਬੰਦਾ ਮੰਨਿਆ ਸੀ, ਸੌਰੀ 1000 ਹੀ ਆ ਗਿਆ, 100 ਕੁ ਬੰਦਾ ਮੰਨਿਆ ਸੀ। ਠੀਕ ਹੈ ਜੀ। ਹੁਣ ਅਸੀਂ 1000 ਨੂੰ 100 ਨਾਲ ਡਿਵਾਈਡ ਕਰ ਦਾਂਗੇ ਤਾਂ ਕਿੰਨਾ ਜੂ 10। ਸੋ 10 ਰੁਪਏ ਪਰ ਕੈਪੀਟਾ ਇਨਕਮ ਕਿੰਨੀ ਆ ਗਈ, 10 ਰੁਪੀਜ਼। ਓਕੇ, ਦੇਖੋ ਮੈਂ ਛੋਟੀ ਜਿਹੀ ਐਗਜ਼ਾਮਪਲ ਲਈ ਆ ਸਮਝਾਉਣ ਦੇ ਲਈ ਵੀ ਛੇਤੀ ਸਮਝ ਆ ਜੇ। ਠੀਕ ਹੈ ਜੀ। ਆਪਾਂ ਇਹ ਵੈਸੇ ਜਿਹੜਾ ਡਾਟਾ ਹੈ ਬਹੁਤ ਵੱਡਾ। ਓਕੇ, ਨੈਸ਼ਨਲ ਇਨਕਮ ਕਰੋੜਾਂ 'ਚ, ਮਿਲੀਅਨ 'ਚ ਚਲੀ ਜਾਂਦੀ ਆ। ਓਕੇ, ਪਾਪੂਲੇਸ਼ਨ ਵੀ ਸਾਡੀ ਤੁਹਾਨੂੰ ਪਤਾ ਹੀ ਆ ਕਾਹਦੇ 'ਚ ਆ। ਠੀਕ ਹੈ ਜੀ। ਓਕੇ, ਚਲੋ ਜੀ ਨੈਕਸਟ। ਉਸ ਤੋਂ ਬਾਅਦ ਐਗਜ਼ਾਮਪਲ ਛੋਟੀਆਂ। ਉਸ ਤੋਂ ਬਾਅਦ ਅਗਲਾ ਕੰਸੈਪਟ ਆ ਸਾਡੇ ਕੋਲ ਕੰਜਪਸ਼ਨ। ਸੋ ਕੰਜਪਸ਼ਨ ਕੀ ਹੁੰਦੀ ਹੈ, ਖਪਤ। ਜੋ ਚੀਜ਼ਾਂ ਅਸੀਂ ਵਰਤਦੇ ਹਾਂ, ਓਕੇ, ਜੋ ਅਸੀਂ ਵਰਤੋਂ ਕਰਦੇ ਹਾਂ ਉਹ ਕੀ ਹੁੰਦੇ ਆ, ਕੰਜਪਸ਼ਨ। ਦ ਵਰਡ ਕੰਜਪਸ਼ਨ ਇਜ਼ ਯੂਜ਼ਡ ਇਨ 2 ਸੈਂਸਸ। ਸੋ 2 ਤਰੀਕਿਆਂ ਨਾਲ ਅਸੀਂ ਇਹਨੂੰ फाइंड आउट करते हैं। इन द फर्स्ट सेंस एज ए प्रोसैस एंड द सैकेंड इज एन एक्सपेंडिचर। भी एक मतलब प्रोसैस भी आ, एक मतलब की है खर्चा भी आ। इन द सेंस ऑफ नाउन इट इज़ द एक्टिविटी विच सैटिस्फाई ह्यूमन वांट्स डायरैक्टली। सो जे असीं इहनूं नाउन के तौर पर देखिए तो की आ, ये वो एक्टिविटी आ, वो काम आ जिहड़ा साडियां मनुखी लोड़ां नूं पूरा करदा डायरैक्टली। साडियां जिहड़ियां वांट्स ने ओके उन्होंने सैटिस्फाई करती है। लाइक द यूज़ ऑफ वाटर, मान लो भी असी पानी पीने हैं ओके फॉर क्वेरिंग थर्स्ट। सो पानी पीने नाल साडी प्यास बुझ जाती है। एंड यूज़ ऑफ फूड तो खाण पीने वाली चीज़ों द सैटिस्फैक्शन ऑफ हंगर एटसैक्ट्रा। तो जो खाण पीने वाली चीज़ां वरतों उस साडी की भुख खत्म हो जाती है। ओके, सो दैट इज कंजप्शन। Thus consumption is the process by which a person usually the utility of a good in the order of satisfy his wants। So
ਕੰਜ਼ੰਪਸ਼ਨ ਕੀ ਆ, ਉਹ ਚੀਜ਼ ਆ ਜਿਹੜੀ ਸਾਡੀਆਂ ਵਾਂਟਸ ਨੂੰ ਡਾਇਰੈਕਟਲੀ, ਸਾਡੀ ਯੂਟਿਲਿਟੀ ਨੂੰ ਡਾਇਰੈਕਟਲੀ ਫੁੱਲਫਿਲ ਕਰਦੀ ਆ। ਓਕੇ ਜੀ। ਹਾਂਜੀ, ਅਗਲਾ ਕੰਜ਼ੰਪਸ਼ਨ ਤੋਂ ਅੱਗੇ ਸੋ ਕੰਜ਼ੰਪਸ਼ਨ ਦੇ ਡਾਟੇ ਦਿੱਤੇ ਹੋਏ ਨੇ। ਸੋ ਕੰਜ਼ੰਪਸ਼ਨ ਦਾ ਇੱਕ ਯਾਦ ਰੱਖਿਓ, ਇੱਕ ਹੀ ਹੈ ਛੋਟਾ ਜਿਹਾ, ਇਨਕਮ ਇਜ਼ ਇਕੁਅਲ ਟੂ ਕੰਜ਼ੰਪਸ਼ਨ ਪਲੱਸ ਸੇਵਿੰਗ। ਸਾਨੂੰ ਪਤਾ ਵੀ ਇਨਕਮ ਕੀ ਆ, ਕੰਜ਼ੰਪਸ਼ਨ ਪਲੱਸ ਸੇਵਿੰਗ। ਜੇ ਅਸੀਂ 10,000 ਰੁਪਏ ਸਾਡੀ ਇਨਕਮ ਆ, ਉਹਦੇ ਵਿੱਚੋਂ ਅਸੀਂ 8,000 ਕੰਜ਼ੰਪਸ਼ਨ ਹੋਊਗੀ ਅਤੇ ਪਲੱਸ 2,000 ਸੇਵਿੰਗ ਹੋਊਗੀ। 8,000 ਅਸੀਂ ਖਰਚ ਲਾਂਗੇ, 2,000 ਰੱਖ ਲਾਂਗੇ। ਸੋ ਸਿੰਪਲ। ਸੋ ਇਹਦੀ ਡੈਫੀਨੇਸ਼ਨ, ਉਸ ਤੋਂ ਬਾਅਦ ਇੱਕ ਡੈਫੀਨੇਸ਼ਨ ਪੜ੍ਹਦੇ ਹਾਂ। ਕੰਜ਼ੰਪਸ਼ਨ ਮੀਨਸ ਐਕਸਪੈਂਡੀਚਰ ਮੇਡ ਔਨ ਕੰਜ਼ੰਪਸ਼ਨ ਡਿਊਰਿੰਗ 1 ਈਅਰ ਇਨ ਦਾ ਇਕੋਨਮੀ। ਸੋ ਕੰਜ਼ੰਪਸ਼ਨ ਮੀਨ ਮਤਲਬ ਕੀ ਆ, ਐਕਸਪੈਂਡੀਚਰ। ਕੰਜ਼ੰਪਸ਼ਨ ਦਾ ਮੀਨਿੰਗ ਕੀ ਆ, ਐਕਸਪੈਂਡੀਚਰ, ਖਰਚ ਜਿਹੜਾ ਅਸੀਂ ਕਰਦੇ ਹਾਂ ਔਨ ਕੰਜ਼ੰਪਸ਼ਨ 'ਤੇ 1 ਸਾਲ ਦੇ ਵਿੱਚ। ਠੀਕ ਹੈ ਜੀ। ਸੋ ਡੈਫੀਨੇਸ਼ਨ ਦਿੱਤੀ ਹੋਈ ਹੈ ਜੀ। ਉਸ ਤੋਂ ਬਾਅਦ ਐਗਜ਼ਾਮਪਲਸ ਨੇ। ਹੁਣ ਜਿਹੜੇ ਇਹ ਹੁੰਦੀ ਹੈ, ਇਹ 2-3 ਤਰ੍ਹਾਂ ਦੀ ਹੁੰਦੀ ਹੈ। ਸੋਰੀ 3 ਕਿਹਾ ਗਿਆ, 2 ਤਰ੍ਹਾਂ ਦੀ ਹੁੰਦੀ ਆ, APC ਅਤੇ MPC। ਕੰਜ਼ੰਪਸ਼ਨ 2 ਤਰ੍ਹਾਂ ਦੀ ਹੁੰਦੀ ਆ, APC ਅਤੇ MPC। ਸੋ ਇਹਨੂੰ ਅਸੀਂ ਅਗਲੇ ਟੌਪਿਕ 'ਚ ਕਰਦੇ ਹਾਂ। ਠੀਕ ਹੈ ਜੀ। ਸੋ ਵੇਟ ਕਰੋ, ਇਹ ਅਸੀਂ ਅਗਲੇ ਟੌਪਿਕ 'ਚ ਲੈ ਕੇ ਆਉਂਦੇ ਹਾਂ, ਕਿਉਂਕਿ ਜਿਹੜੀ ਸਾਡੀ ਵੀਡੀਓ ਕਾਫੀ ਲੈਂਥੀ ਬਣ ਰਹੀ ਆ। ਕਿਉਂ ਇੰਨਾ ਮੈਨੂੰ ਪਤਾ ਬੱਚੇ ਨੇ ਇੰਨਾ ਦੇਖਣ ਵੀ ਨਹੀਂ, ਬੋਰ ਹੋ ਜਾਂਦੇ ਨੇ। ਓਕੇ। ਸੋ ਕਿਹੋ ਜਿਹੀ ਲੱਗੀ, ਜਾਂ ਕੁਛ ਰਿਹਾ, ਜਾਂ ਕੁਛ ਹੋਰ ਚੀਜ਼ ਬਾਰੇ ਪੁੱਛਣਾ ਹੋਵੇ ਤਾਂ ਮੈਨੂੰ ਕਮੈਂਟ ਜ਼ਰੂਰ ਕਰਿਓ। ਓਕੇ ਜੀ, ਧੰਨਵਾਦ।